मॉर्निंग स्टूडेंट्स, कैसे हैं आप सब। आई होप सब बढ़िया होंगे। तो आई एम हनीश बंसल, आई एम योर बिजनेस स्टडी लेक्चरर। तो स्टूडेंट्स, ਅੱਜ ਦਾ ਜਿਹੜਾ ਟੌਪਿਕ ਹੈ ਟਾਈਪਸ ਆਫ ਕੋਆਪਰੇਟਿਵ ਆਰਗੇਨਾਈਜੇਸ਼ਨ। ਆਪਾਂ ਨੇ ਪਹਿਲਾ ਕੋਆਪਰੇਟਿਵ ਆਰਗੇਨਾਈਜੇਸ਼ਨ ਸਟਾਰਟ ਕੀਤਾ ਸੀ, ਉਹਦੇ ਵਿੱਚ ਆਪਾਂ ਨੇ ਮੀਨਿੰਗ ਸਾਰਾ ਪੜ੍ਹ ਲਿਆ ਸੀਗਾ। ਅੱਗੇ ਇੱਕ ਟੌਪਿਕ ਰਹਿ ਗਿਆ ਇਹਦਾ, ਟਾਈਪਸ ਆਫ ਕੋਆਪਰੇਟਿਵ ਆਰਗੇਨਾਈਜੇਸ਼ਨ। ਕਹਿੰਦੇ ਔਨ ਦਾ ਬੇਸਿਸ ਆਫ ਨੇਚਰ ਐਕਟੀਵਿਟੀ ਪਰਫੋਰਮ ਦਾ ਕੋਆਪਰੇਟਿਵ ਆਰਗੇਨਾਈਜੇਸ਼ਨ ਕੈਨ ਬੀ ਕਲਾਸੀਫਾਈਡ ਇਨ ਟੂ ਫੋਲੋਇੰਗ ਕੈਟਾਗਰੀਜ਼। ਕਹਿੰਦੇ ਕਿਹੜੀ ਕਿਹੜੀ, ਕੰਜ਼ੂਮਰ ਕੋਆਪਰੇਟਿਵ ਸੁਸਾਇਟੀ, ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀ। ਐਂਡ ਦੋ ਕੈਟਾਗਰੀ 'ਚ ਡਿਵਾਈਡ, ਜਿਵੇਂ ਦੋ ਹੋਰ ਵੀ ਸਾਰੀ ਕੈਟਾਗਰੀ ਨੇ, ਕੰਜ਼ੂਮਰ ਹੋ ਗਈ, ਪ੍ਰੋਡਿਊਸਰ ਹੋ ਗਈ। ਅੱਗੇ ਦੇਖਦੇ ਹਾਂ। ਦੇਖੋ, ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ, ਕੋਆਪਰੇਟਿਵ ਕ੍ਰੈਡਿਟ ਸੁਸਾਇਟੀ, ਕੋਆਪਰੇਟਿਵ ਫਾਰਮਿੰਗ ਸੁਸਾਇਟੀ ਅਤੇ ਹਾਊਸਿੰਗ ਸੁਸਾਇਟੀ। ਹੁਣ ਦੇਖੋ ਇਹਦੇ ਵਿੱਚ ਕੀ ਸਿਸਟਮ ਹੈ ਸਟੂਡੈਂਟਸ। ਕਹਿੰਦੇ ਕੰਜ਼ੂਮਰ ਕੋਆਪਰੇਟਿਵ ਸੁਸਾਇਟੀ। ਹੁਣ ਆਪਾਂ ਤੁਹਾਨੂੰ ਪਤਾ ਜਿਹੜੀ ਕੋਆਪਰੇਟਿਵ ਸੁਸਾਇਟੀ ਦਾ ਮਤਲਬ ਹੁੰਦਾ ਸਾਰੇ ਮਿਲ ਕੇ ਮੈਂਬਰ ਆਪਸ 'ਚ ਸੁਸਾਇਟੀਆਂ ਬਣਾਉਂਦੇ ਨੇਗੇ, ਜਿਸ ਦੇ ਨਾਲ ਉਹ ਕੋਈ ਨਾ ਕੋਈ ਉਹਨਾਂ ਦਾ ਗੋਲ ਹੁੰਦਾ। ਤਾਂ ਹੁਣ ਕੰਜ਼ੂਮਰ ਕਾਹਦੇ ਵਾਸਤੇ ਬਣਾਇਆ, ਕਹਿੰਦੇ ਕੰਜ਼ੂਮਰ ਕੋਆਪਰੇਟਿਵ ਸੁਸਾਇਟੀ ਕਿਸ ਚੀਜ਼ ਲਈ ਹੁੰਦੀ ਆ। ਦਾ ਸੁਸਾਇਟੀ ਕੰਸਿਸਟ ਆਫ ਕੰਜ਼ੂਮਰ ਹੂ ਜੁਆਇਨ ਟੂਗੈਦਰ eliminate the middleman. The consumer cooperative society purchase goods directly from a manufacturer and sell them the member at reasonable price. ਤਾਂ ਕੰਜ਼ੂਮਰ ਕੋਆਪਰੇਟਿਵ ਸੁਸਾਇਟੀ ਕੀ ਕਰਦੇ ਨੇ, ਇਹ 'ਚ ਮਿਡਲਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਐਲੀਮੀਨੇਟ ਕਰ ਦਿੰਦੇ ਨੇ, ਖ਼ਤਮ ਕਰ ਦਿੰਦੇ ਨੇ। ਉਸ ਡਾਇਰੈਕਟਲੀ ਮੈਨੂਫੈਕਚਰਰ ਤੋਂ ਕੀ ਕਰਦੇ ਨੇ, ਗੁੱਡਸ ਖਰੀਦਦੇ ਨੇ ਅਤੇ ਮੈਂਬਰਾਂ ਨੂੰ ਰੀਜ਼ਨੇਬਲ ਪ੍ਰਾਈਸ 'ਤੇ ਗੁੱਡਸ ਵੇਚ ਦਿੰਦੇ ਨੇ। The profit of a store distributed among all the member and as divided on capital as bonus in proportion their purchase during the year. ਜਿਹੜਾ ਪ੍ਰੋਫਿਟ ਹੁੰਦਾ ਉਹ ਮੈਂਬਰ ਆਪਸ 'ਚ ਵੰਡ ਲੈਂਦੇ ਨੇਗੇ, ਠੀਕ ਹੈ, ਅਤੇ ਉਸ ਹਿਸਾਬ ਨਾਲ ਇਹ ਕੰਮ ਕਰਦੇ ਨੇ। ਅਤੇ ਇਹਨਾਂ ਦਾ ਹੋਰ ਓਬਜੈਕਟਿਵ ਕੀ ਹੈ, ਟੂ ਇੰਸ਼ੋਰ ਸਟੈਡੀ ਸਪਲਾਈ ਆਫ ਅਸੈਂਸ਼ੀਅਲ ਗੁੱਡਸ। ਵਧੀਆ ਗੁੱਡਸ, ਵਧੀਆ ਰੀਜ਼ਨੇਬਲ ਪ੍ਰਾਈਸ ਦੀ ਗੁੱਡਸ ਉਹਨਾਂ ਨੇ ਕੀ ਕਰਨਾ, ਸਪਲਾਈ ਕਰਨੀ ਹੈ। ਸਟੈਡੀ ਗੁੱਡਸ ਸਪਲਾਈ ਕਰਨੀ ਹੈ, ਰੀਜ਼ਨੇਬਲ ਪ੍ਰਾਈਸ ਹੋਏਗਾ, ਜਿਹੜਾ ਮਿਡਲਮੈਨ ਦਾ ਪ੍ਰੋਫਿਟ ਹੈ ਇਹਦੇ ਵਿੱਚ ਖਤਮ ਹੋ ਜਾਂਦਾ ਹੈ। ਹਾਈ ਕੁਆਲਿਟੀ ਇਹਦੇ ਵਿੱਚ ਉਹਨਾਂ ਦਾ ਮਤਲਬ ਪ੍ਰੋਵਾਈਡ ਕਰਨ ਦਾ ਮਕਸਦ ਹੁੰਦਾ। ਅੱਗੇ ਦੇਖੋ, ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀ। ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਕੀ ਆਉਂਦਾ, ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀ ਕਿਸ ਚੀਜ਼ ਲਈ ਬਣਦੀ ਹੈ। ਦਿਸ ਸੁਸਾਇਟੀ ਕੰਸਿਸਟ ਆਫ ਸਮਾਲ ਪ੍ਰੋਡਿਊਸਰ ਹੂ ਇੰਡੀਵਿਜੂਅਲੀ ਫਾਈਂਡ ਇਟ ਡਿਫੀਕਲਟ ਟੂ ਪ੍ਰੋਕਿਓਰ ਦਾ ਇਨਪੁਟਸ ਐਂਡ ਗੈਟ ਦਾ ਮਸ਼ੀਨਰੀ ਐਂਡ ਲੇਟੈਸਟ ਟੈਕਨੋਲੋਜੀ। ਦੇਅਰ ਆਰ ਟੂ ਟਾਈਪਸ ਆਫ ਪ੍ਰੋਡਿਊਸਰ ਕੋਆਪਰੇਟਿਵਸ। ਕਹਿੰਦੇ ਜਿਹੜੇ ਸੁਸਾਇਟੀ ਕੰਸਿਸਟ ਕਰਦੀ ਹੈ ਸਮਾਲ ਪ੍ਰੋਡਿਊਸਰ 'ਤੇ। ਸਮਾਲ ਪ੍ਰੋਡਿਊਸਰ ਕੀ ਹੁੰਦਾ, ਇਹਨਾਂ ਹੁਣ ਪ੍ਰੋਡਿਊਸਰ ਕੌਣ ਹੁੰਦੇ, ਇਹਨਾਂ ਕੋਲ ਜਿਹੜੇ ਹੁਣ ਤੁਹਾਨੂੰ ਪਤਾ ਬਾਰ ਜਿਹੜੀ ਮਸ਼ੀਨਰੀ ਆ, ਲੇਟੈਸਟ ਟੈਕਨੋਲੋਜੀ ਆ, ਅਤੇ ਪ੍ਰੋਡਿਊਸਰ ਹੁੰਦਾ ਉਹਨਾਂ ਨੂੰ ਇਹਨਾਂ ਦੀ ਬਹੁਤ ਸਾਰੀ ਪ੍ਰੋਬਲਮ ਆਉਂਦੀਆਂ ਨੇਗੀਆਂ, ਡਿਫੀਕਲਟੀ ਆਉਂਦੀ ਆ। ਤਾਂ ਇਹ ਸੁਸਾਇਟੀ ਬਣਾ ਲੈਂਦੇ ਆ ਪ੍ਰੋਬਲਮਾਂ ਨੂੰ ਖ਼ਤਮ ਕਰਨ ਵਾਸਤੇ। ਕਿਵੇਂ ਤਾਂ ਇਹਨਾਂ ਦਾ ਹੋਰ ਕਿਹੜੇ ਸਿਸਟਮ ਨਾਲ ਇਹ ਕੰਮ ਕਰਦੇ ਨੇ, ਟੂ ਟਾਈਪਸ ਨਾਲ। The one which provide raw material input machinery so that producer can concentrate on production. ਤਾਂ ਇਹ ਜਿਹੜੀ ਸੁਸਾਇਟੀ ਹੈਲਪ ਕਰਦੀ ਹੈ ਕਿ ਉਹਨੂੰ ਕੱਚਾ ਮਾਲ, ਇਨਪੁਟ ਅਤੇ ਮਸ਼ੀਨਰੀ, ਜਿਹੜੇ ਪ੍ਰੋਡਿਊਸਰ ਹੁੰਦੇ ਜਿਹੜੇ ਗੁੱਡਸ ਪ੍ਰੋਡਿਊਸ ਕਰਦੇ ਨੇ, ਇਹਨਾਂ ਨੂੰ ਕੱਚਾ ਮਾਲ, ਇਨਪੁਟ ਅਤੇ ਮਸ਼ੀਨਰੀ ਕੀ ਕਰਦੇ, ਟਾਈਮ ਟੂ ਟਾਈਮ ਇਹ ਸੁਸਾਇਟੀਆਂ ਪਹੁੰਚਾਉਂਦੀਆਂ ਨੇ ਤਾਂ ਜੋ ਇਹ ਆਪਣੇ ਪ੍ਰੋਡਕਟ ਨੂੰ ਬਣਾਉਣ 'ਤੇ ਹੀ ਕੌਨਸਨਟਰੇਟ ਕਰਨ। ਦੂਸਰਾ, the one which sell the goods produced by these producer। ਫਿਰ ਕੀ ਹੈ ਕਿ ਇਹਨਾਂ ਦੇ ਗੁੱਡਸ ਨੂੰ ਕੀ ਕਰਦੇ ਨੇ, ਸੈੱਲ ਕਰਨ ਦੇ ਵਿੱਚ ਵੀ ਇਹ ਸੁਸਾਇਟੀਆਂ ਕੀ ਕਰਦੀਆਂ ਨੇ, ਹੈਲਪ ਕਰਦੀਆਂ ਨੇ। ਸਮਝ ਆਈ ਗੱਲ। ਅੱਗੇ ਕੀ ਆਉਂਦਾ, ਦਾ ਪ੍ਰੋਫਿਟ ਆਫ ਪ੍ਰੋਡਿਊਸਰ ਕੋਆਪਰੇਟਿਵ ਇਜ਼ ਡਿਸਟਰੀਬਿਊਟਡ ਪ੍ਰਪੋਰਸ਼ਨ ਟੂ ਦਾ ਗੁੱਡ ਸੋਲਡ ਬਾਈ ਈਚ ਮੈਂਬਰ ਟੂ ਦਾ ਸੁਸਾਇਟੀ। ਫਿਰ ਇਹ ਪ੍ਰੋਫਿਟ ਨੂੰ ਆਪਸ 'ਚ ਕੀ ਕਰ ਲੈਂਦੇ ਨੇ, ਡਿਸਟਰੀਬਿਊਟ ਕਰ ਲੈਂਦੇ ਨੇ। ਇਹਨਾਂ ਦੇ ਓਬਜੈਕਟਿਵਸ ਕੀ ਨੇ, ਇਹਨਾਂ ਦਾ ਕਾਹਦੇ ਵਾਸਤੇ ਜਾਂ ਮਤਲਬ ਉਦੇਸ਼ ਕੀ ਹੈ ਇਹਨਾਂ ਦਾ। ਇੱਕ ਤਾਂ ਇਹ ਰੋ ਮਟੀਰੀਅਲ ਨੂੰ ਰੀਜ਼ਨੇਬਲ ਪ੍ਰਾਈਸ 'ਚ ਕਰਨਾ, ਇੱਕ ਤਾਂ ਨਵੀਂ ਟੈਕਨੋਲੋਜੀ ਨਾਲ ਜੁੜੇ ਰਹਿਣਾ ਜੋ ਇਹਨਾਂ ਨੂੰ ਟਾਈਮ ਟੂ ਟਾਈਮ ਪ੍ਰੋਵਾਈਡ ਕਰਾਉਂਦੇ ਨੇ। ਇੱਕ ਇਹ ਸਮੂਥ ਡਿਸਟਰੀਬਿਊਸ਼ਨ ਕਰਦੇ ਨੇ ਤਾਂ ਜੋ ਮਤਲਬ ਸੇਲ ਵੀ ਹੁੰਦੀ ਰਹੇ ਮੈਂਬਰਾਂ ਨੂੰ, ਠੀਕ ਹੈ। ਇਹ ਕੰਸਨਟਰੇਸ਼ਨ ਕਰਦੇ ਨੇ ਪ੍ਰੋਡਕਸ਼ਨ ਆਫ ਗੁੱਡਸ 'ਤੇ ਜ਼ਿਆਦਾਤਰ। ਤਾਂ ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਊਗਾ। ਅੱਗੇ ਆਉਂਦਾ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ। ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਦੇ ਵਿੱਚ ਦੇਖੋ ਸਟੂਡੈਂਟਸ, ਮਾਰਕੀਟਿੰਗ ਸੁਸਾਇਟੀ ਦੇ ਵਿੱਚ ਕੀ ਆਉਂਦਾ ਸਟੂਡੈਂਟਸ, ਮੈਂ ਤੁਹਾਨੂੰ ਥੋੜ੍ਹਾ ਜ਼ੂਮ ਕਰਕੇ ਦਿਖਾਉਣਾ।
ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਦੇ ਵਿੱਚ ਕੀ ਆਉਂਦਾ ਵਾ, ਕਹਿੰਦੇ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਕੰਸਿਸਟ ਆਫ ਸਮਾਲ ਪ੍ਰੋਡਿਊਸਰ ਹੂ ਫਾਈਂਡ ਇਟ ਡਿਫਿਕਲਟ ਟੂ ਸੈਲ देयर प्रोडक्ट एट प्रॉफिट। ठीक है, the output of all the small producer is brought together and sold at the best price. Such a society help to improve their bargaining power and competitive position of its member. It perform various marketing functions such as transportation, warehousing, packaging, grading. The profit of sale proceeds are distributed among the member according to their shares and commons. ਜਿਹੜੇ ਮਾਰਕੀਟਿੰਗ ਸੁਸਾਇਟੀ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ, ਉਹਨਾਂ ਨੂੰ ਗੁੱਡਸ ਨੂੰ ਸੇਲ ਕਰਨ ਦੇ ਵਿੱਚ ਬਹੁਤ ਡਿਫੀਕਲਟੀ ਆਉਂਦੀ ਹੈ, ਕਿਉਂਕਿ ਉਹਨਾਂ ਨੂੰ ਬਹੁਤ ਸਾਰਾ ਮਾਲ ਸਟੋਰ ਵੀ ਕਰਨਾ ਹੁੰਦਾ ਹੈ, ਪੈਕੇਜਿੰਗ ਵੀ ਕਰਨੀ ਹੁੰਦੀ ਹੈ, ਇੱਕ ਥਾਂ ਤੋਂ ਦੂਜੀ ਥਾਂ ਤੱਕ ਮਾਲ ਪਹੁੰਚਾਉਣਾ ਵੀ ਹੁੰਦਾ। ਤਾਂ ਇਹ ਸਾਰੀ ਜਿਹੜੀ ਮਾਰਕੀਟਿੰਗ ਸੁਸਾਇਟੀ ਹੈ ਇਹਨਾਂ ਦੀ ਕੀ ਕਰਦੀ ਹੈ, ਹੈਲਪ ਕਰਦੀ ਹੈ। ਤਾਂ ਇਹਨਾਂ ਦੇ ਓਬਜੈਕਟਿਵਸ ਕੀ ਨੇਗੇ, ਇਹ ਕੀ ਹੈ, इंश्योर स्टडी एंड फेवरेबल मार्केट फॉर द आउटपुट ऑफ इट्स मैंबर। ਤਾਂ ਮਤਲਬ ਵਧੀਆ ਤੋਂ ਵਧੀਆ ਫੇਵਰੇਬਲ ਮਾਰਕੀਟ ਪ੍ਰੋਵਾਈਡ ਕਰਦੇ ਨੇਗੇ ਤਾਂ ਜੋ ਮੈਂਬਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕੇ। ਬੈਸਟ ਪ੍ਰਾਈਸ ਆਊਟਪੁੱਟ ਦੀ ਇਹ ਕੱਢਦੇ ਨੇਗੇ, ਇਹਦੇ ਫੈਸਿਲਿਟੀ ਦਿੰਦੇ ਨੇ, ਟਰਾਂਸਪੋਰਟੇਸ਼ਨ ਟਾਈਮ ਟੂ ਟਾਈਮ ਆਪਾਂ ਨੂੰ ਚੀਜ਼ਾਂ ਪਹੁੰਚਾਉਣ ਇੱਕ ਥਾਂ ਤੋਂ ਦੂਜੀ ਥਾਂ 'ਚ, ਪੈਕੇਜਿੰਗ ਕਿਉਂਕਿ ਇੰਡੀਵਿਜੂਅਲੀ ਮੈਂਬਰ ਇਹਨੂੰ ਅਫੋਰਡ ਨਹੀਂ ਕਰ ਸਕਦਾ ਇੰਨੇ ਸਾਰੇ ਖਰਚੇ ਨੂੰ, ਇਕੱਲਾ ਬੰਦਾ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਗੁੱਡਸ ਨੂੰ ਪਹੁੰਚਾਉਣ ਜਾਂ ਮੰਗਵਾਉਣ ਦੇ ਵਿੱਚ ਇਕੱਲਾ ਬੰਦਾ ਅਫੋਰਡ ਨਹੀਂ ਕਰ ਸਕਦਾ, ਜਿਸ ਵਜ੍ਹਾ ਨਾਲ ਇਹ ਮਾਰਕੀਟਿੰਗ ਸੁਸਾਇਟੀ ਕੰਮ ਕਰਦੀ ਹੈ ਤਾਂ ਜੋ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਹੋਨੈਸਟ ਟਰੇਡਿੰਗ ਕਰਵਾਉਂਦੇ ਨੇਗੇ, ਮਿਡਲ ਮੈਨ ਇਹਦੇ ਵਿੱਚ ਐਲੀਮੀਨੇਟ ਹੁੰਦੇ ਨੇ ਤਾਂ ਜੋ ਕਸਟਮਰ ਕੋਲ ਡਾਇਰੈਕਟ ਚੀਜ਼ ਪਹੁੰਚੇ। ਤਾਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ। ਅੱਗੇ ਦੇਖੋ, ਕੋਆਪਰੇਟਿਵ ਕ੍ਰੈਡਿਟ ਸੁਸਾਇਟੀ। ਕ੍ਰੈਡਿਟ ਦਾ ਮਤਲਬ ਹੁੰਦਾ ਕਿ ਕੋਈ ਆਪਾਂ ਨੂੰ ਉਧਾਰ ਦਿੱਤਾ ਜਾਂ ਲੋਨ ਦੇ ਕੇ, ਮਤਲਬ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਲੋਨ 'ਤੇ ਪੈਸੇ ਪ੍ਰੋਵਾਈਡ ਕਰਨੇ। ਜਿਹੜੇ ਕੋਆਪਰੇਟਿਵ ਕ੍ਰੈਡਿਟ ਸੁਸਾਇਟੀ ਹੁੰਦੀ ਹੈ ਇਹ ਹੁਣ ਤੁਹਾਨੂੰ ਪਤਾ ਜਿਹੜੇ ਇਹਨਾਂ ਨੂੰ ਪੈਸੇ ਅਰੇਂਜ ਕਰਨੇ ਬਹੁਤ ਡਿਫੀਕਲਟ ਹੁੰਦੇ ਨੇ ਮੈਂਬਰਾਂ ਕੋਲ, ਕਈਆਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਕਈਆਂ ਕੋਲ ਪੈਸੇ ਬਹੁਤ ਹੁੰਦੇ ਨੇ ਪਰ ਉਹ ਵਿਆਜ 'ਤੇ ਦੇਣਾ ਚਾਹੁੰਦੇ ਨੇ। ਤਾਂ ਇਹ ਸੁਸਾਇਟੀ ਕੀ ਹੈ, ਇਹਨਾਂ ਬੰਦਿਆਂ ਦੀ ਹੈਲਪ ਕਰਦੀ ਹੈ, ਰੀਜ਼ਨੇਬਲ ਪ੍ਰਾਈਸ 'ਤੇ ਇਹਨਾਂ ਨੂੰ ਲੋਨ ਦਿੰਦੀ ਹੈ ਜਿਸ ਵਜ੍ਹਾ ਨਾਲ ਇਹ ਆਪਣਾ ਕੰਮ ਚਲਾ ਸਕਣ। ਤਾਂ ਇਹ ਸੁਸਾਇਟੀ ਇਹਨਾਂ ਨੂੰ ਲੋਨ ਅਰੇਂਜ ਕਰਨ ਦੇ ਵਿੱਚ ਹੈਲਪ ਕਰਦੀ ਹੈ, ਇਹਨਾਂ ਦੀ ਸੇਵਿੰਗਸ ਨੂੰ ਮਤਲਬ ਪ੍ਰਮੋਟ ਕਰਨ 'ਚ ਹੈਲਪ ਕਰਦੀ ਹੈ। ਅਤੇ ਇਹ ਅੱਗੇ ਦੇਖੋ ਅਗਲੇ ਪੇਜ 'ਤੇ, ਫਿਰ ਦੇਖੋ ਉਸ ਤੋਂ ਬਾਅਦ ਕੀ ਕਰਦੀ ਹੈ ਇਹ ਮੈਂਬਰ ਨੂੰ ਡਿਪੋਜ਼ਿਟ ਆਊਟਸਾਈਡ ਦ ਫੰਡ ਆਰ ਯੂਜ਼ਡ ਫॉर ਗਿਵਿੰਗ ਲੋਨ ਟੂ ਨੀਡੀ ਮੈਂਬਰ ਔਨ ਈਜ਼ੀ ਟਰਮਸ। ਫੰਡ ਜਿਹੜੇ ਹੁੰਦੇ ਨੇ ਉਹਨਾਂ ਨੂੰ ਲੋਨ ਈਜ਼ੀ ਟਰਮ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਂਦੇ ਨੇਗੇ, ਜਿਵੇਂ ਕ੍ਰੈਡਿਟ ਲੋਨ, ਜਿਵੇਂ ਫਾਰਮਰ ਨੂੰ ਰੂਰਲ ਕ੍ਰੈਡਿਟ, ਕੋਆਪਰੇਟਿਵ ਫਾਰਮਡ ਅਰਬਨ ਏਰੀਆ, ਅਰਬਨ ਬੈਂਕਸ। ਤਾਂ ਇਹ ਸਾਰੀਆਂ ਚੀਜ਼ਾਂ ਕੀ ਹੈ, ਲੋਨ ਪ੍ਰੋਵਾਈਡ ਕਰਵਾਏ ਜਾਂਦੇ ਨੇ ਉਹਨਾਂ ਨੂੰ ਅਲੱਗ-ਅਲੱਗ ਸਿਸਟਮ ਦੇ, ਅਲੱਗ-ਅਲੱਗ ਕੈਟਾਗਰੀ ਨੂੰ। ਠੀਕ ਹੈ, ਇਹਨਾਂ ਦਾ ਓਬਜੈਕਟਿਵ ਕੀ ਹੁੰਦਾ ਹੈ, ਪ੍ਰੋਟੈਕਟ ਕਰਨਾ ਮੈਂਬਰਾਂ ਨੂੰ। ਠੀਕ ਹੈ, ਜਿਹੜੇ ਵੀ ਐਕਸਪਲੋਇਟ ਕਰਦੇ ਨੇ ਮਨੀ ਲੈਂਡਰਸ ਹੁੰਦੇ ਨੇ। ਠੀਕ ਹੈ, ਇੱਕ ਤਾਂ ਉਹਨਾਂ ਤੋਂ ਪ੍ਰੋਟੈਕਟ ਕਰਦੇ ਨੇ, ਮਤਲਬ ਜਿਹੜੇ ਧੋਖੇਧੜੀ ਕਰਦੇ ਨੇ ਜਾਂ ਮਨੀ ਲੈਂਡਰਸ ਹੁੰਦੇ ਨੇ ਉਹਨਾਂ ਤੋਂ ਪੈਸਾ ਡੁੱਬ ਜਾਂਦਾ। ਇੱਕ ਲੋਨ ਈਜ਼ੀ ਟਰਮ 'ਚ ਪ੍ਰੋਵਾਈਡ ਕਰਦੇ ਨੇ, ਜ਼ਿਆਦਾ ਉਹਨਾਂ ਨੂੰ ਧੱਕੇ ਖਾਣ ਦੀ ਲੋੜ ਨਹੀਂ ਪੈਂਦੀ ਜਾਂ ਆਰਾਮ ਨਾਲ ਲੋਨ ਮਿਲ ਜਾਂਦਾ। ਇੱਕ ਇਹ ਕੀ ਕਰਦੇ ਨੇ, ਟੂ ਡਿਵੈਲਪ ਦਾ ਹੈਬਿਟ ਆਫ ਸੇਵਿੰਗ ਅਮੰਗ ਦਾ ਮੈਂਬਰ। ਤਾਂ ਮੈਂਬਰਾਂ ਦੀ ਸੇਵਿੰਗ ਦੀ ਕੀ ਕਰਦੇ ਨੇ, ਹੈਬਿਟ ਬਣਾਉਂਦੇ ਨੇ, ਕਿਉਂਕਿ ਉਹ ਜੇਕਰ ਉਹ ਸੇਵਿੰਗ ਜਿੰਨਾ ਕਰਨਗੇ ਉਹਨਾਂ ਨੂੰ ਜ਼ਿਆਦਾ ਉਹਨਾਂ ਦਾ ਪੈਸਾ ਕੀ ਹੈ ਯੂਟੀਲਾਈਜ਼ ਕਰਵਾਉਂਦੇ ਨੇ ਇਹ ਸੁਸਾਇਟੀ। ਠੀਕ ਹੈ, ਅੱਗੇ ਦੇਖੋ, ਨੈਕਸਟ ਪੁਆਇੰਟ ਤੁਹਾਡੀ ਸਕਰੀਨ 'ਤੇ ਆ ਗਿਆ ਹੋਣਾ, ਕੋਆਪਰੇਟਿਵ ਫਾਰਮਿੰਗ ਸੁਸਾਇਟੀ। ਕੋਆਪਰੇਟਿਵ ਫਾਰਮਿੰਗ ਸੁਸਾਇਟੀ ਕੀ ਹੁੰਦੀ ਆ, ਇਹਦੇ ਦੀਜ਼ ਕੰਸਿਸਟ ਆਫ ਸਮਾਲ ਫਾਰਮਰਸ। ਇਹ 'ਚ ਕੀ ਹੁੰਦੇ ਨੇ, ਸਮਾਲ ਫਾਰਮਰਸ ਹੁੰਦੇ ਨੇ ਹੂ ਜੁਆਇਨ ਟੂਗੈਦਰ ਬੈਨੀਫਿਟ ਲਾਰਜ ਸਕੇਲ ਮੈਕਨਾਈਜ਼ਡ ਫਾਰਮਿੰਗ। Such society are particularly important in case of country such as India where agriculture suffer from excessive subdivision and fragmentation of land. The farming cooperative society is also known as an agriculture society, ਐਗਰੀਕਲਚਰ ਕੋਆਪਰੇਟਿਵ। ਹੁਣ ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਗੱਲ ਦੱਸਦਾ, ਜਿਹੜੇ ਫਾਰਮਰ ਹੁੰਦੇ ਨੇ, ਕਿਸਾਨ ਹੁੰਦੇ ਨੇ,
ਉਹਨਾਂ ਨੂੰ ਬਹੁਤ ਸਾਰਾ ਸਮਾਨ ਚਾਹੀਦਾ ਹੁੰਦਾ, ਜਿਵੇਂ ਬੀਜ ਚਾਹੀਦੇ ਹੁੰਦੇ ਨੇ, ਫਰਟੀਲਾਈਜ਼ਰਸ ਚਾਹੀਦੇ ਹੁੰਦੇ ਨੇ, ਠੀਕ ਹੈ। ਤੁਹਾਨੂੰ ਪਤਾ ਖਾਦ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ। ਉਹਨਾਂ ਨੂੰ ਆਪਣੇ ਖੇਤ ਨੂੰ ਮਤਲਬ ਪ੍ਰੋਟੈਕਟ ਕਰਨ ਲਈ ਵੀ ਬਹੁਤ ਸਾਰੀ ਦਵਾਈਆਂ ਚਾਹੀਦੀਆਂ ਹੁੰਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਇੱਕ ਫਾਰਮਰ ਨੂੰ ਬੜਾ ਮੁਸ਼ਕਿਲ ਹੋ ਜਾਂਦਾ ਕਿ ਉਹ ਇਹਨਾਂ ਚੀਜ਼ਾਂ ਨੂੰ ਅਫੋਰਡ ਕਰੇ, ਅਤੇ ਇਹਨਾਂ ਚੀਜ਼ਾਂ ਅਫੋਰਡ ਤਾਂ ਕਰ ਲੈਂਦਾ, ਪਰ ਉਹਨਾਂ ਵਾਸਤੇ ਇਹ ਸਾਰੀ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ, ਜਿਸ ਵਜ੍ਹਾ ਨਾਲ ਉਹ ਪੂਰੀ ਵਧੀਆ ਤਰੀਕੇ ਨਾਲ ਨਹੀਂ ਕਰ ਪਾਉਂਦਾ। ਤਾਂ ਇਹ ਛੋਟੇ ਛੋਟੇ ਫਾਰਮਰ ਹੁੰਦੇ ਨੇ, ਇੱਕ ਸੁਸਾਇਟੀ ਨਾਲ ਜੁੜ ਜਾਂਦੇ ਨੇ, ਜੋ ਇਹਨਾਂ ਨੂੰ ਸਾਰੀ ਚੀਜ਼ਾਂ ਅਰੇਂਜ ਕਰਵਾਉਣ ਦੇ ਵਿੱਚ ਹੈਲਪ ਕਰਵਾਉਂਦੀ ਹੈ, ਠੀਕ ਹੈ। ਇਹ ਮਤਲਬ ਹੈ, ਅਤੇ ਵੈਸੇ ਇਹ ਉਹਨਾਂ ਦੇ ਓਬਜੈਕਟਿਵ ਆ ਗਏ, ਠੀਕ ਹੈ। ਘੱਟ ਰੇਟਾਂ ਦੇ ਵਿੱਚ ਮਤਲਬ ਇਹਨਾਂ ਨੂੰ ਫਾਇਦਾ ਦਿਲਵਾਉਂਦੀ ਆ। ਅੱਗੇ ਦੇਖੋ, ਕੋਆਪਰੇਟਿਵ ਹਾਊਸਿੰਗ ਸੁਸਾਇਟੀ। ਹਾਊਸਿੰਗ ਸੁਸਾਇਟੀ 'ਚ ਕੀ ਆਉਂਦਾ ਹੁਣ, these society are formed to provide residential accommodation to their member. This society purchase a big plot of land, construct flats on that, and sell these flat to its member on installation and easy terms. Some housing cooperatives provide loan to their member for building house. These society are very popular in urban areas. ਇਹਦੇ ਜਿਹੜੀ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਹੁੰਦੀ ਹੈ, ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਮੈਂਬਰਾਂ ਨੂੰ ਇਹ ਕੀ ਕਰਦੇ ਨੇ, ਫਲੈਟ ਪਲੋਟ ਅਤੇ ਫਲੈਟ ਦਿਵਾਉਣ ਦੇ ਵਿੱਚ ਹੈਲਪ ਕਰਦੇ ਨੇ, ਈਜ਼ੀ ਇੰਸਟਾਲਮੈਂਟ ਦੇ ਵਿੱਚ, ਠੀਕ ਹੈ। ਤਾਂ ਜੋ ਜਿਹੜੇ ਮਿਡਲ ਮੈਨ ਹੁੰਦੇ ਨੇ, ਜਿਨ੍ਹਾਂ ਕੋਲ ਪੈਸੇ ਇੰਨੇ ਨਹੀਂ ਹੁੰਦੇ ਅਫੋਰਡ ਕਰਨ ਲਈ, ਤਾਂ ਉਹਨਾਂ ਨੂੰ ਵੀ ਇਹ ਫਲੈਟ ਦੇ ਵਿੱਚ ਜਾਂ ਘਰ ਦੇ ਵਿੱਚ ਰਹਿਣ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਜਾਏ, ਤਾਂ ਉਹ ਈਜ਼ੀ ਇੰਸਟਾਲਮੈਂਟ ਦੇ ਵਿੱਚ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਦੇ ਨੇ ਆਪਦੇ ਮੈਂਬਰਾਂ ਨੂੰ, ਠੀਕ ਹੈ। ਅਤੇ ਇਹਨਾਂ ਦਾ ਓਬਜੈਕਟਿਵ ਕੀ ਹੁੰਦਾ ਹੈ, ਇਹ ਕੀ ਕਰਦੇ ਨੇ, ਪ੍ਰੋਵਾਈਡਿੰਗ ਰੈਜ਼ੀਡੈਂਸ਼ੀਅਲ ਅਕੋਮੋਡੇਸ਼ਨ ਟੂ ਦੇਅਰ ਮੈਂਬਰ, ਹੈਲਪਿੰਗ ਮੈਂਬਰ ਟੂ ਪਰਚੇਜ਼ ਹਾਊਸ ਐਟ ਲੋਅਰ ਕੋਸਟ, ਪ੍ਰੋਵਾਈਡਿੰਗ ਸਿਵਿਕ ਐਮਿਨਿਟੀਜ਼ ਸੱਚ ਐਜ਼ ਰੋਡ, ਪਾਰਕ, ਸਟਰੀਟ ਲਾਈਟ, ਪਾਰਕਿੰਗ। ਇਹ ਸਾਰੀ ਚੀਜ਼ਾਂ ਵੀ ਕੀ ਕਰਦੇ, ਸੁਸਾਇਟੀ ਪ੍ਰੋਵਾਈਡ ਕਰਕੇ ਦਿੰਦੀ ਹੈ। ਤੁਸੀਂ ਦੇਖਿਆ ਹੋਊਗਾ, ਜਦੋਂ ਇੱਕ ਜ਼ਮੀਨ ਹੁੰਦੀ ਆ, ਉਹਦੇ ਉੱਤੇ ਫਲੈਟ ਬਣੇ ਹੁੰਦੇ ਆ, ਫਲੈਟ ਮੈਂਬਰਾਂ ਨੂੰ ਪ੍ਰੋਵਾਈਡ ਕਰਾ ਦਿੰਦੇ ਨੇ, ਨਾਲ ਨਾਲ ਹੋਰ ਵੀ ਫੈਸਿਲਿਟੀ ਦਿੰਦੇ ਨੇ, ਪਾਰਕ ਦੀ ਫੈਸਿਲਿਟੀ, ਰੋਡਸ, ਸਟਰੀਟ ਲਾਈਟ, ਪਾਰਕਿੰਗ, ਸਾਰੀਆਂ ਚੀਜ਼ਾਂ ਦੀ ਇਹਨਾਂ ਨੂੰ ਫੈਸਿਲਿਟੀ ਦਿੱਤੀਆਂ ਜਾਂਦੀਆਂ ਨੇ। ਤਾਂ ਇਹ ਆਪਣੇ ਮੈਂਬਰਾਂ ਨੂੰ ਪ੍ਰੋਵਾਈਡ ਕਰਦੇ ਨੇ। ਤਾਂ ਤੁਹਾਨੂੰ ਇਹ ਪੁਆਇੰਟ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੀਏ, ਡਿਫਰੈਂਸ ਬਿਟਵੀਨ ਪਾਰਟਨਰਸ਼ਿਪ ਐਂਡ ਕੋਆਪਰੇਟਿਵ ਸੁਸਾਇਟੀ। ਪਾਰਟਨਰਸ਼ਿਪ ਅਤੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਡਿਫਰੈਂਸ ਕੀ ਹੈ? ਪਹਿਲਾਂ ਤਾਂ ਸਿੰਪਲ ਹੀ ਗੱਲ ਹੈ, ਇਹਦੇ ਵਿੱਚ 2 ਮੈਂਬਰ ਹੁੰਦੇ ਨੇ, ਅਤੇ ਵੱਧ ਤੋਂ ਵੱਧ ਠੀਕ ਹੈ 20 ਹੋ ਸਕਦੇ ਨੇ, ਕੇਸ 10 ਵੀ ਹੋ ਸਕਦੇ ਨੇ। ਇਹਦੇ ਵਿੱਚ ਮਿਨੀਮਮ ਕਿੰਨੇ ਹੁੰਦੇ ਨੇ, 10 ਹੁੰਦੇ ਨੇਗੇ, ਅਤੇ ਮੈਕਸੀਮਮ ਇਹਨਾਂ ਦੀ ਕੋਈ ਲਿਮਿਟ ਨਹੀਂ ਹੁੰਦੀ। ਇਹਦੇ ਵਿੱਚ ਕੀ ਹੈ ਕਿ ਇਹ ਮਿਊਚੁਅਲ ਬੈਨੀਫਿਟ, ਪਾਰਟਨਰ ਹੀ ਇਹਦੇ ਵਿੱਚ ਬੈਨੀਫਿਟ ਕਮਾਉਂਦੇ ਨੇ। ਇਹਦੇ ਵਿੱਚ ਜਿਹੜਾ ਮੈਂਬਰ ਇਹਦਾ ਬੈਨੀਫਿਟ, ਜੋ ਜਨਰਲ ਪਬਲਿਕ ਆਲਸੋ ਵੀ ਇਹਦੇ ਵਿੱਚ ਮੈਂਬਰ ਵਿੱਚ ਬੈਨੀਫਿਟ ਕਮਾ ਸਕਦੀ ਆ। ਅੱਗੇ ਦੇਖੋ, ਅਗਲੇ ਪੇਜ 'ਤੇ ਅੱਗੇ ਦੇਖੋ, ਪਾਰਟਨਰਸ਼ਿਪ ਰਿਕੁਆਇਰ ਐਗਜ਼ਿਸਟੈਂਸ ਆਫ ਸਮ ਬਿਜ਼ਨਸ। ਜਿਹੜਾ ਇਹਨਾਂ ਦਾ ਬਿਜ਼ਨਸ ਹੁੰਦਾ, ਐਗਜ਼ਿਸਟੈਂਸ ਆਫ ਸਮ ਬਿਜ਼ਨਸ ਹੁੰਦਾ। ਇਟ ਇਜ਼ ਨੋਟ ਨੈਸੈਸਰੀ ਟੂ ਹੈਵ ਬਿਜ਼ਨਸ ਫॉर forming cooperative society. It can be formed whenever individual have a common need. ਇਹਨਾਂ ਨੂੰ ਉਦੋਂ ਲੋੜ ਹੁੰਦੀ ਹੈ ਜਦੋਂ ਕਾਮਨ ਨੀਡ ਹੁੰਦੀ ਹੈ, ਠੀਕ ਹੈ। ਇਹਨਾਂ ਨੂੰ ਕੋਈ ਨੈਸੈਸਰੀ ਨਹੀਂ ਹੁੰਦਾ ਕੋਈ ਬਿਜ਼ਨਸ ਖੋਲ੍ਹਣਾ, ਇਹਦੇ ਨੂੰ ਜੋ ਨੀਡ ਹੁੰਦੀ ਹੈ ਤਾਂ ਉਸ ਟਾਈਮ ਕੰਮ ਕਰਦੇ ਨੇ। ਇਹਨਾਂ ਨੂੰ ਬਿਜ਼ਨਸ ਦੀ ਐਗਜ਼ਿਸਟੈਂਸ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ। ਮਤਲਬ ਬਿਜ਼ਨਸ ਦਾ ਐਗਜ਼ਿਸਟੈਂਸ ਮਤਲਬ ਉੱਥੇ ਪ੍ਰੈਜੈਂਟ ਹੋਣਾ ਜ਼ਰੂਰੀ ਹੈ, ਬਿਜ਼ਨਸ ਪਰਟੀਕੂਲਰ ਏਰੀਆ, ਪਰਟੀਕੂਲਰ ਜਗ੍ਹਾ 'ਤੇ। ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਓਪਸ਼ਨਲ ਹੁੰਦੀ ਹੈ, ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਉਹ ਕੰਪਲਸਰੀ ਹੁੰਦੀ ਹੈ। ਤਾਂ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ। ਇੱਕ ਤੁਹਾਡੇ ਸਾਹਮਣੇ ਇੱਕ ਕੇਸ ਸਟੱਡੀ ਲਿਖੀ ਹੋਈ ਆ, ਕਹਿੰਦੇ ਇਹ ਨਿਊ ਕੋਆਪਰੇਟਿਵ ਸਟੋਰ ਹੈਜ਼ ਬੀਨ ਸੈਟ ਅਪ ਇਨ ਦਿੱਲੀ ਥਰੂ ਰਜਿਸਟ੍ਰੇਸ਼ਨ ਅੰਡਰ ਦਿੱਲੀ ਕੋਆਪਰੇਟਿਵ ਸੁਸਾਇਟੀ। ਇਟ ਵਾਜ਼ ਸੈਟ ਟੂ ਪ੍ਰੋਕਿਓਰ ਅਸੈਂਸ਼ੀਅਲ ਕੰਜ਼ਿਊਮਰ ਕੋਮੋਡਿਟੀ ਇਨ ਬਲਕ from various wholesaler and manufacturer to supply the same at reasonable price to public and its member, ਠੀਕ ਹੈ। ਹੁਣ ਇਸ ਦਾ ਸਾਰੀ ਕੇਸ ਸਟੱਡੀ ਪੜ੍ਹਨ ਤੋਂ ਬਾਅਦ ਤੁਹਾਨੂੰ ਇਹ ਕਿਸ ਚੀਜ਼ ਦਾ ਲੱਗਦਾ ਹੈ? ਕਹਿੰਦੇ ਇੱਕ ਨਿਊ ਕੋਆਪਰੇਟਿਵ ਸਟੋਰ, ਕੋਆਪਰੇਟਿਵ ਵਰਡ ਆ ਗਿਆ, ਕੋਆਪਰੇਟਿਵ ਸਟੋਰ, ਠੀਕ ਹੈ। ਪਰ ਹੁਣ ਆਪਾਂ ਨੇ ਦੇਖਣਾ ਕਿਹੜੇ ਟਾਈਪ ਦਾ ਇਹਦੇ ਵਿੱਚ ਆ ਜਾਂਦਾ। ਇੱਥੇ ਕੁਐਸਚਨ ਟਾਈਪ ਪੁੱਛਿਆ, ਕਹਿੰਦੇ ਇਟ ਕੋਆਪਰੇਟਿਵ ਸਟੋਰ ਦੀ ਗੱਲ ਕੀਤੀ,
ਠੀਕ ਹੈ। ਰਜਿਸਟ੍ਰੇਸ਼ਨ ਅੰਡਰ ਕੋਆਪਰੇਟ ਵਾਈ ਪ੍ਰੋਕਿਓਰ ਐਸੈਂਸ਼ੀਅਲ ਕੰਜ਼ੂਮਰ ਕੋਮੋਡਿਟੀ। ਹੁਣ ਤੁਹਾਨੂੰ ਪਤਾ ਲੱਗ ਗਿਆ ਕੰਜ਼ੂਮਰ ਦੀ ਗੱਲ ਕਰ ਰਿਹਾ, ਤਾਂ ਮਤਲਬ ਕੰਜ਼ੂਮਰ ਕੋਆਪਰੇਟਿਵ ਸੁਸਾਇਟੀ ਦੀ ਗੱਲ ਹੋ ਰਹੀ ਹੈ। ਅਤੇ ਤੁਸੀਂ ਫੀਚਰ ਤੁਸੀਂ ਲਿਖ ਹੀ ਸਕਦੇ ਹੋ। ਜਿਵੇਂ ਮੈਂ ਤੁਹਾਨੂੰ ਕਹਿਤਾ ਸੁਸਾਇਟੀਆਂ ਦੇ ਫੀਚਰ, ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਫੀਚਰ ਮੈਨੂੰ ਥਿਊਰੀ ਦੇ ਵਿੱਚ ਕਰਾਏ ਸੀ ਉਹੀ ਇਹਦੇ ਅੰਦਰ ਆ ਜਾਂਦੇ ਨੇ। ਸਮਝ ਆਈ ਗੱਲ? ਤਾਂ ਆਹ ਸਾਰੀ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਨੇ। ਤਾਂ ਆਈ ਹੋਪ ਸਾਰਿਆਂ ਨੂੰ ਸਮਝ ਆਇਆ ਹੋਊਗਾ। ਕੋਆਪਰੇਟਿਵ ਸੁਸਾਇਟੀ, ਕੋਆਪਰੇਟਿਵ ਔਰਗਨਾਈਜੇਸ਼ਨ ਵਾਲਾ ਟੋਪਿਕ ਤੁਹਾਡਾ ਚੰਗੀ ਤਰ੍ਹਾਂ ਕਲੀਅਰ ਹੋ ਜਾਂਦਾ। ਅਤੇ ਤੁਸੀਂ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।